एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। वाहिगुरू जी का खालसा वाहिगुरू जी की फतेह। सरदार ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ ਪੰਜਵਾਂ। ਹਰੀਸ਼ ਦੀ ਇਹ ਗੱਲ ਬਿਲਕੁਲ ਸੱਚੀ ਸੀ। ਹੁਣ 1995 ਵਿੱਚ ਪੋਪ ਨੇ ਗਲੇਲੀਓ ਦੀ ਰੂਹ ਕੋਲੋਂ ਮੁਆਫੀ ਮੰਗੀ ਹੈ ਕਿ ਭਰਾਵਾ ਤੈਨੂੰ ਫਾਂਸੀ ਦੇਣੀ ਗਲਤ ਸੀ, ਤੂੰ ਸੱਚਾ ਸੀ ਤੇ ਅਸੀਂ ਝੂਠੇ ਸਾਂ। ਪਰ ਇਹ ਲਫ਼ਜ਼ ਕਿ ਧਰਤੀ ਚਪਟੀ ਹੈ ਤੇ ਸੂਰਜ ਧਰਤੀ ਦੁਆਲੇ ਚੱਕਰ ਲਾਉਂਦਾ ਹੈ ਅਜੇ ਵੀ ਬਾਈਬਲ ਵਿੱਚੋਂ ਨਹੀਂ ਕੱਢੇ ਗਏ। ਹਾਲਾਂਕਿ ਹੁਣ ਚੌਥੀ ਵਿੱਚ ਪੜ੍ਹਦੇ ਨਿਆਣੇ ਨੂੰ ਵੀ ਪਤਾ ਲੱਗ ਚੁੱਕਾ ਹੈ, ਪਰ ਈਸਾਈਆਂ ਦੀ ਅਜੇ ਵੀ ਬਾਈਬਲ ਵਿੱਚ ਦਰੁਸਤੀ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ। ਕਈ ਹੋਰ ਧਰਮਾਂ ਦੇ ਗ੍ਰੰਥਾਂ ਵਿੱਚ ਵੀ ਬਹੁਤ ਕੁਝ ਗਲਤ ਹੈ, ਪਰ ਬਾਈਬਲ ਵਾਂਗ ਮੰਨੇਗਾ ਕੋਈ ਵੀ ਨਹੀਂ। ਜਦੋਂ ਕੋਲੰਬਸ ਨੇ ਵੀ ਧਰਤੀ ਗੋਲ ਹੈ ਕਿਹਾ ਤਾਂ ਲੋਕ ਬੜਾ ਹੱਸੇ। ਕੋਲੰਬਸ ਸਪੇਨ ਦੀ ਮਹਾਰਾਣੀ ਕੋਲ ਆਪਣੇ ਸਫ਼ਰ ਲਈ ਆਗਿਆ ਲੈਣ ਗਿਆ ਤਾਂ ਸਿਰਫ 90 ਮਲਾਹ ਹੀ ਉਸ ਦੇ ਨਾਲ ਜਾਣ ਲਈ ਤਿਆਰ ਹੋਏ। ਉਸ ਦੀ ਵਿਰੋਧਤਾ ਕਰਨ ਵਾਲਿਆਂ ਨੇ ਕਿਹਾ ਕਿ ਇਸ ਨੂੰ ਇਸ ਸਫ਼ਰ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਇਸ ਨਾਲ ਹੋਰ ਮਲਾਹਾਂ ਦੀਆਂ ਜਾਨਾਂ ਵੀ ਜਾ ਸਕਦੀਆਂ ਹਨ। ਉਹਨਾਂ ਦਾ ਆਗਿਆ ਹੀ ਨਹੀਂ ਸੀ ਮਿਲਣੀ, ਜਾਂ ਉਹਨੂੰ ਤਾਂ ਆਗਿਆ ਹੀ ਨਹੀਂ ਸੀ ਮਿਲਣੀ। ਉਹਦਾ ਸਪੇਨ ਦੀ ਰਾਣੀ ਬੜੀ ਦਲੇਰ ਸੀ। ਉਸਨੇ ਕਿਹਾ ਉੱਦਾਂ ਵੀ ਤਾਂ ਬੰਦੇ ਮਰਦੇ ਹੀ ਰਹਿੰਦੇ ਹਨ, ਜੇ ਇਹ 90 ਵੀ ਮਰ ਜਾਣਗੇ ਤਾਂ ਕਿੱਧਰ ਦਾ ਲੋੜਾ ਆ ਚੱਲਿਆ ਹੈ, ਕੀ ਪਤਾ ਕੋਈ ਨਵਾਂ ਮੁਲਕ ਲੱਭ ਹੀ ਜਾਵੇ। ਕਹਿੰਦੇ ਆਣਗੇ ਕਈ ਮਹੀਨਿਆਂ ਦੇ ਸਫ਼ਰ ਤੋਂ ਬਾਅਦ ਇੱਕ ਦਿਨ ਕੋਲੰਬਸ ਨੇ ਅੱਧੀ ਰਾਤ ਨੂੰ ਵੇਖਿਆ ਕਿ ਜਹਾਜ਼ ਤੇ ਚੁੱਪ ਚਾਂ ਸੀ, ਕੋਈ ਬੰਦਾ ਵੀ ਡੈਕ ਤੇ ਨਜ਼ਰ ਨਹੀਂ ਸੀ ਆ ਰਿਹਾ। ਉਸ ਨੂੰ ਸ਼ੱਕ ਪਿਆ ਤਾਂ ਉਹਨੇ ਅੱਗੇ ਜਾ ਕੇ ਵੇਖਿਆ ਕਿ ਜਹਾਜ਼ ਦੇ ਇੱਕ ਕਮਰੇ ਦੇ ਦਰਵਾਜ਼ੇ ਬੰਦ ਕਰਕੇ ਮੀਟਿੰਗ ਚੱਲ ਰਹੀ ਹੈ। ਉਹਦੇ ਸਾਰੇ ਸਾਥੀਆਂ ਨੇ ਮਤਾ ਪਾਸ ਕਰ ਦਿੱਤਾ ਕਿ ਕੋਲੰਬਸ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ ਤੇ ਆਪ ਜਹਾਜ਼ ਨੂੰ ਵਾਪਸ ਮੋੜ ਕੇ ਆਪਣੇ ਦੇਸ਼ ਚਲੇ ਜਾਈਏ। ਕੋਲੰਬਸ ਨੂੰ ਆਪਣੀ ਮੌਤ ਨਿਸ਼ਚਿਤ ਦਿਸੀ ਤਾਂ ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਾ ਗਿਆ ਤੇ ਸਾਥੀਆਂ ਨੂੰ ਕਿਹਾ, ਜਰਾ ਸੋਚੋ, ਸਿਰਫ 3 ਦਿਨਾਂ ਦਾ ਹੀ ਰਾਸ਼ਨ ਬਾਕੀ ਹੈ, ਵਾਪਸ ਜਾਂਦੇ ਭੁੱਖੇ ਨਾ ਮਰ ਜਾਓਗੇ। 3 ਦਿਨਾਂ ਵਿੱਚ ਕੀ ਪਤਾ ਧਰਤੀ ਲੱਭ ਹੀ ਪਵੇ, ਤੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ 3 ਦਿਨਾਂ ਵਿੱਚ ਜ਼ਰੂਰ ਲੱਭ ਪਵੇਗੀ। ਤੇ ਹੋ ਸਕਦਾ ਹੈ ਕਿ ਆਪਾਂ ਬਚ ਹੀ ਜਾਈਏ, ਨਹੀਂ ਤਾਂ ਵਾਪਸ ਜਾ ਕੇ ਬਚ ਤਾਂ ਹੁਣ ਤੁਸੀਂ ਵੀ ਨਹੀਂ ਸਕਦੇ। ਇਹ ਸੱਚੀ ਗੱਲ ਉਹਨਾਂ ਨੂੰ ਜੱਜ ਗਈ ਤੇ ਸੱਚਮੁੱਚ ਹੀ 3 ਦਿਨਾਂ ਬਾਅਦ ਉਹਨਾਂ ਨੂੰ ਕਾਂ ਉੜਦੇ ਦਿਸੇ, ਜਿਸ ਦਾ ਮਤਲਬ ਸੀ ਕਿ ਧਰਤੀ ਹੁਣ ਲਾਗੇ ਹੀ ਹੈ। ਅੰਜੀਲ ਈਸਾ ਮਸੀਹ ਦੀ ਮੌਤ ਤੋਂ ਬਾਅਦ ਦੂਸਰੀ ਸਦੀ ਦੇ ਅੰਤ ਵਿੱਚ ਲਿਖੀ ਗਈ। ਕੁਰਾਨ ਵੀ ਮੁਹੰਮਦ ਸਾਹਿਬ ਦੇ ਪਿੱਛੋਂ ਹਾਫਿਜ਼ਾਂ ਨੂੰ ਇਕੱਠੇ ਕਰਕੇ ਲਿਖਵਾਇਆ ਗਿਆ। ਈਸਾਈ ਜਦ ਤੱਕ ਯਹੂਦੀਆਂ ਤੋਂ ਵੱਖ ਨਹੀਂ ਹੋਏ ਤਦ ਤੱਕ ਭੈੜੀ ਹਾਲਤ ਵਿੱਚ ਰਹੇ। ਇੱਕ ਵਾਰ ਤਾਂ ਈਸਾਈ ਧਰਮ ਬਹੁਤ ਹੀ ਘੱਟ ਗਿਣਤੀ ਵਿੱਚ ਰਹਿ ਗਿਆ ਸੀ। ਅੰਤ ਨੂੰ ਈਸਾਈਆਂ ਨੇ ਸੋਚ ਸਮਝ ਕੇ ਆਪਣੇ ਆਪ ਨੂੰ ਯਹੂਦੀਆਂ ਤੋਂ ਵੱਖ ਕੀਤਾ, ਇੱਥੋਂ ਤੱਕ ਕਿ ਖੁਦਾ ਦੇ ਹੁਕਮ ਤੋਂ ਵਿਰੁੱਧ ਸ਼ਨੀਚਰਵਾਰ ਦੀ ਥਾਂ ਐਤਵਾਰ ਨੂੰ ਪਵਿੱਤਰ ਦਿਨ ਥਾਪਿਆ। ਤਾਂ ਜਾ ਕੇ ਕਿਤੇ ਈਸਾਈ ਧਰਮ ਵਧਿਆ ਫੁੱਲਿਆ। ਪਵਿੱਤਰ ਬਾਈਬਲ ਦਾ 500 ਸਫ਼ਾ ਇੰਨਾ ਅਸ਼ਲੀਲ ਹੈ ਕਿ ਪੜ੍ਹਨ ਯੋਗ ਨਹੀਂ। ਇੱਕ ਅਮਰੀਕਨ ਨੇ ਉਹ 500 ਸਫ਼ਾ ਵੱਖਰਾ ਕਰਕੇ ਛਾਪ ਕੇ ਉਸ ਦਾ ਨਾਂ ਪਵਿੱਤਰ ਬਾਈਬਲ ਦਾ ਟੁਕੜਾ ਰੱਖ ਦਿੱਤਾ। ਅਕਬਰ ਨੇ ਧਰਮ ਦੀਨ ਇਲਾਹੀ ਇਸ ਖਿਆਲ ਨਾਲ ਚਲਾਇਆ ਕਿ ਮੁਸਲਮਾਨ, ਹਿੰਦੂ ਤੇ ਹੋਰ ਸਾਰੇ ਛੋਟੇ ਧਰਮ ਇਸ ਧਰਮ ਦੇ ਪੈਰੋਕਾਰ ਬਣ ਜਾਣਗੇ, ਪਰ ਉਹ ਧਰਮ ਬੁਰੀ ਤਰ੍ਹਾਂ ਫੇਲ ਹੋ ਗਿਆ। ਜੀਸਸ ਦਾ ਪਾਲਣ ਪੋਸ਼ਣ ਜਿਸ ਸੰਪਰਦਾਇ ਵਿੱਚ ਹੋਇਆ ਤੇ ਜਿੱਥੋਂ ਉਹ ਦੀਕਸ਼ਿਤ ਹੋਏ ਉਸ ਦਾ ਨਾਂ ਈਸਾਨੀਸ ਹੈ। ਈਸਾਈ ਨਾਂ ਉੱਥੋਂ ਹੀ ਬਣਿਆ ਹੈ। ਉਹ ਤਬਕਾ ਹੁਣ ਲਗਭਗ ਖਤਮ ਹੋ ਚੁੱਕਾ ਹੈ। ਸਾਰੇ ਧਰਮ ਕਹਿੰਦੇ ਹਨ ਪਰਮਾਤਮਾ ਪ੍ਰਕਾਸ਼ ਹੈ, ਪਰ ਈਸਾਨੀਸ ਕਹਿੰਦੇ ਹਨ ਕਿ ਪਰਮਾਤਮਾ ਘੁੱਪ ਹਨੇਰਾ ਹੈ। ਮੁਹੰਮਦ ਸਾਹਿਬ ਨੇ ਜਦੋਂ ਇਸਲਾਮ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਉਹਨਾਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ। ਉਹਨਾਂ ਵਿਰੋਧੀਆਂ ਵਿੱਚੋਂ ਇੱਕ ਉਮਰ ਸੀ, ਜਿਸ ਦੀ ਭੈਣ ਨੇ ਵੀ ਇਸਲਾਮ ਕਬੂਲ ਕਰ ਲਿਆ ਸੀ।
ਇੱਕ ਦਿਨ ਉਮਰ ਗੁੱਸੇ ਨਾਲ ਭਰਿਆ ਮੁਹੰਮਦ ਸਾਹਿਬ ਦੇ ਘਰ ਉਹਨਾਂ ਨੂੰ ਕਤਲ ਕਰਨ ਪਹੁੰਚ ਗਿਆ। ਬਾਕੀ ਸਾਰੇ ਤਾਂ ਡਰ ਗਏ, ਪਰ ਮੁਹੰਮਦ ਸਾਹਿਬ ਨੇ ਕਿਹਾ, ਉਮਰ ਤੂੰ ਕਦ ਤੱਕ ਖੁਦਾ ਤੇ ਉਸ ਦੇ ਰਸੂਲ ਦੇ ਖਿਲਾਫ ਲੜਦਾ ਰਹੇਗਾ? ਜਦੋਂ ਕਿਸੇ ਗੱਲ ਦਾ ਕੋਈ ਠੋਸ ਉੱਤਰ ਮਿਲ ਜਾਂਦਾ ਤਾਂ ਤਾਇਆ ਉਸੇ ਵੇਲੇ ਲੰਮਾ ਪੈ ਜਾਂਦਾ। ਮੈਨੂੰ ਜੈਨ ਧਰਮ ਬਾਰੇ ਉਦੋਂ ਕੋਈ ਖਾਸ ਪਤਾ ਨਹੀਂ ਸੀ। ਮੇਰਾ ਦੋਸਤ ਜਾਂ ਉਸ ਦਾ ਪਿਤਾ ਗੱਲ ਕਰਦੇ ਕਰਦੇ ਮੈਨੂੰ ਵੀ ਉਲਝਾ ਲੈਂਦੇ। ਜਿਵੇਂ ਗੱਲ ਹੋਈ ਕਿ ਮਹਾਵੀਰ ਜੈਨ ਦੇ ਕੰਨਾਂ ਵਿੱਚ ਇੱਕ ਵਾਰ ਇੱਕ ਡੰਗਰ ਚਾਰਨ ਵਾਲੇ ਨੇ ਲੱਕੜਾਂ ਠੋਕ ਦਿੱਤੀਆਂ ਸਨ ਤੇ ਉਸ ਉੱਤੇ ਭਿਆਨਕ ਕੁੱਤੇ ਛੱਡੇ ਗਏ ਸਨ। ਮੈਂ ਪੁੱਛਿਆ ਕਿਉਂ? ਉਹ ਇਸ ਲਈ ਕਿ ਡੰਗਰ ਚਾਰਨ ਵਾਲੇ ਨੇ ਕੋਲ ਹੀ ਸਮਾਧੀ ਲਾ ਕੇ ਜੰਗਲ ਵਿੱਚ ਬੈਠੇ ਮਹਾਵੀਰ ਨੂੰ ਕਿਹਾ, ਮੈਂ ਪਾਣੀ ਪੀ ਕੇ ਆਉਂਦਾ ਹਾਂ, ਉਹਨਾਂ ਚਿਰ ਮੇਰੇ ਡੰਗਰਾਂ ਦਾ ਧਿਆਨ ਰੱਖੀ। ਮਹਾਵੀਰ ਨੇ ਉਦਾਂ ਹੀ ਸਿਰ ਹਿਲਾ ਦਿੱਤਾ, ਪਰ ਭਗਤੀ ਵਿੱਚ ਲੀਨ ਰਹੇ। ਜਦੋਂ ਉਹ ਬੰਦਾ ਆਇਆ ਤਾਂ ਡੰਗਰ ਜੰਗਲ ਵਿੱਚ ਖਿਲਰ ਪੁਲਰ ਗਏ ਸਨ। ਉਸ ਗਵਾਰ ਡਾਂਗਰੀ ਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਮਹਾਵੀਰ ਦੇ ਕੰਨਾਂ ਵਿੱਚ ਲੱਕੜਾਂ ਠੋਕ ਦਿੱਤੀਆਂ। ਫਿਰ ਉਹ ਮੈਨੂੰ ਪੁੱਛਦਾ, ਤੁਹਾਡੇ ਵੀ 2 ਗੁਰੂਆਂ ਨੂੰ ਮਾਰਿਆ ਸੀ ਨਾ? ਮੈਂ ਕਹਿੰਦਾ, ਹਾਂ ਜੀ, ਸਾਡੇ ਦੋਹਾਂ ਗੁਰੂਆਂ ਨੂੰ ਮੁਸਲਮਾਨ ਰਾਜਾ ਨੇ ਸ਼ਹੀਦ ਕਰ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ। ਫਿਰ ਉਹ ਬੁੱਢਾ ਪੁੱਛਦਾ, ਯਾਰ ਤੁਹਾਡਾ ਉਹ ਕੌਣ ਸੀ ਜਿਹਦਾ ਸਿਰ ਵੱਢਿਆ ਗਿਆ ਸੀ ਤੇ ਫਿਰ ਵੀ ਉਹ ਭੱਜਾ ਜਾਂਦਾ ਸੀ ਤੇ ਫੌਜਾਂ ਨੂੰ ਮਾਰਦਾ ਜਾਂਦਾ ਸੀ ਤੇ ਅੰਮ੍ਰਿਤਸਰ ਤੁਹਾਡੇ ਵੱਡੇ ਮੰਦਿਰ ਵਿੱਚ ਜਾ ਡਿੱਗਾ ਸੀ? ਮੈਂ ਕਹਿੰਦਾ, ਜੀ ਉਹ ਬਾਬਾ ਦੀਪ ਸਿੰਘ ਜੀ ਸਨ। ਉਹਨਾਂ ਦੀ ਉਮਰ 80 ਸਾਲ ਸੀ ਤੇ ਉਹਨਾਂ ਦਾ ਖੰਡਾ 18 ਸੇਰ ਦਾ ਸੀ, ਜਿਹਨੂੰ ਕੋਈ ਚੱਜ ਨਾਲ ਚੁੱਕ ਵੀ ਨਹੀਂ ਸੀ ਸਕਦਾ। ਉਹਨਾਂ ਦਾ ਸੀਸ ਵੱਢਿਆ ਗਿਆ ਸੀ। ਵੱਡੇ ਹੋਏ ਸੀਸ ਨਾਲ ਹੀ ਬਾਬਾ ਜੀ ਨੇ ਕਿਹਾ, ਮੇਰਾ ਸਿਰ ਮੇਰੇ ਹੱਥ ਤੇ ਰੱਖ ਦਿਓ। ਤੇ ਇਸ ਤਰ੍ਹਾਂ ਲੜਦੇ ਲੜਦੇ ਉਹ ਹਰਿਮੰਦਰ ਸਾਹਿਬ ਤੋਂ 2 ਫਰਲਾਂਗ ਉਰੇ ਡਿੱਗ ਪੈਣ ਲੱਗੇ ਤਾਂ ਕਿਸੇ ਨੇ ਉਹਨਾਂ ਨੂੰ ਚੇਤਾ ਕਰਾਇਆ, ਬਾਬਾ ਜੀ ਤੁਸਾਂ ਤੇ ਹਰਿਮੰਦਰ ਸਾਹਿਬ ਪਹੁੰਚ ਕੇ ਸਿਰ ਦੇਣਾ ਸੀ, ਹੁਣ ਇੱਥੇ ਹੀ ਡਿੱਗਣ ਲੱਗੇ ਹੋ। ਤਾਂ ਉਹਨਾਂ ਨੇ ਜ਼ੋਰ ਨਾਲ ਆਪਣੇ ਸੀਸ ਨੂੰ ਵਗਾ ਕੇ ਮਾਰਿਆ। ਲੱਥਾ ਹੋਇਆ ਸੀਸ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਜਾ ਡਿੱਗਾ। ਉੱਥੇ ਇੱਕ ਪਾਸੇ ਉਹਨਾਂ ਦੀ ਯਾਦ ਬਣੀ ਹੋਈ ਹੈ। ਸਾਰੇ ਬੜੇ ਗੰਭੀਰ ਹੋ ਕੇ ਗੱਲ ਸੁਣਦੇ, ਪਰ ਸਿਰ ਇੱਕ ਵਾਰ ਪੂਰਾ ਕੱਟ ਕੇ ਥੱਲੇ ਡਿੱਗ ਪੈਣ ਤੇ ਫਿਰ 6 ਮੀਲ ਲੜਦੇ ਲੜਦੇ ਜਾਣਾ ਤੇ 2 ਫਰਲਾਂਗ ਤੋਂ ਸੀਸ ਸੁੱਟਣਾ ਉਹਨਾਂ ਦੇ ਮੰਨਣ ਵਿੱਚ ਨਾ ਆਉਂਦਾ। ਫਿਰ ਹਰੀਸ਼ ਕੋਈ ਖੁੱਲ੍ਹ ਕੇ ਟਿੱਪਣੀ ਤਾਂ ਨਾ ਕਰਦਾ, ਕਿਉਂਕਿ ਉਹਨੂੰ ਪਤਾ ਸੀ ਕਿ ਸਿੱਖ ਆਪਣੇ ਧਰਮ ਦੇ ਮਾਮਲੇ ਵਿੱਚ ਬੜੇ ਕਪੱਤੇ ਹੁੰਦੇ ਹਨ ਤੇ ਕਿਸੇ ਦੀ ਕੋਈ ਦਲੀਲ ਜਾਂ ਗੱਲ ਸੁਣਨ ਤੋਂ ਪਹਿਲਾਂ ਹੀ ਮਾਰੋ ਮਾਰੀ ਤੇ ਉੱਤਰ ਆਉਂਦੇ ਹਨ। ਸਿਰਫ ਇੰਨਾ ਕੁ ਕਹਿੰਦਾ, ਦੇਖ ਬਈ ਕੁਲਬੀਰ, ਕਿਸੇ ਡਾਕਟਰ ਨੂੰ ਪੁੱਛ ਕੇ ਵੇਖ ਲੈ, ਸਾਰੇ ਕਹਿਣਗੇ ਕਿ ਜਦੋਂ ਬੰਦੇ ਦੇ ਸਿਰ ਦਾ ਕਨੈਕਸ਼ਨ ਧੜ ਨਾਲੋਂ ਕੱਟਿਆ ਜਾਵੇ, ਜਿਵੇਂ ਪਾਣੀ ਵਿੱਚ ਡੁੱਬ ਕੇ ਸਾਹ ਬੰਦ ਹੋ ਜਾਂਦਾ, ਜਾਂ ਸਿਰ ਕੱਟੇ ਜਾਣ ਤੇ ਜਦੋਂ ਆਕਸੀਜਨ ਦੀ ਸਪਲਾਈ ਦਿਮਾਗ ਤੱਕ ਨਹੀਂ ਪਹੁੰਚਦੀ ਤਾਂ ਦਿਮਾਗ ਦੀਆਂ ਲੱਖਾਂ ਹੀ ਬਰੀਕ ਬਰੀਕ ਨਾੜੀਆਂ 5 ਮਿੰਟਾਂ ਤੋਂ ਬਾਅਦ ਟੁੱਟਣ ਲੱਗ ਪੈਂਦੀਆਂ ਹਨ ਤੇ 1.5-2 ਮਿੰਟ ਵਿੱਚ ਪੂਰੀ ਤਰ੍ਹਾਂ ਟੁੱਟ ਜਾਂਦੀਆਂ ਹਨ। ਇੱਕ ਵਾਰ ਨਾੜਾਂ ਦਾ ਜਾਲ ਟੁੱਟ ਜਾਵੇ ਤੇ ਜੇ ਬੰਦਾ ਵੱਧ ਵੀ ਜਾਵੇ ਤਾਂ ਪੱਥਰ ਤੇ ਬੰਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਬਸ ਡੁੰਨ ਵੱਟਾ ਬਣ ਜਾਂਦਾ ਹੈ। ਤਾਂ ਹੀ ਤਾਂ ਡਾਕਟਰ ਦਿਲ ਫੇਲ ਹੋਣ ਤੇ ਛੇਤੀ ਛੇਤੀ ਮਰੀਜ਼ ਦੇ ਮੂੰਹ ਪਾ ਕੇ ਬਨਾਵਟੀ ਸਾਹ ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਦਿਮਾਗ ਦੀਆਂ ਨਾੜੀਆਂ ਟੁੱਟ ਨਾ ਜਾਣ। ਫਿਰ ਉਹ ਗੱਲ ਵਿੱਚੇ ਛੱਡ ਕੇ ਕਹਿੰਦਾ, ਤੈਨੂੰ ਦੱਸਣ ਦਾ ਕੀ ਫਾਇਦਾ, ਤੂੰ ਕਦੇ ਕਿੱਡਾ ਕੁ ਸਮਝਦਾਰ ਹੈ। ਮੈਂ ਫੱਟ ਕਹਿੰਦਾ, ਸ਼ਰਮ ਕਰ ਸ਼ਰਮ, ਆ ਪਿਛਲੇ ਇਮਤਿਹਾਨ 'ਚ ਮੇਰੇ ਤੇਰੇ ਨਾਲੋਂ ਜ਼ਿਆਦਾ ਨੰਬਰ ਸਨ, ਤੂੰ ਤਾਂ ਇੱਕ ਸਬਜੈਕਟ ਵਿੱਚੋਂ ਫੇਲ ਵੀ ਹੋਇਆ ਸੈਂ। ਫਿਰ ਉਹ ਢੀੜ ਜਾ ਹੋ ਕੇ ਕਹਿੰਦਾ, ਲੈ ਨੰਬਰਾਂ ਨਾਲ ਕੀ ਹੁੰਦਾ ਹੈ। ਫਿਰ ਉਹ ਇਸੇ ਗੱਲ ਨੂੰ ਰਾਜਸਥਾਨੀ ਬੋਲੀ ਵਿੱਚ ਦੁਹਰਾ ਕੇ ਹੱਥ ਨਚਾਉਂਦਾ, ਇਸਸੇ ਕੀ ਹੋਵੇ। ਇਹ ਗੱਲਾਂ ਉਹ ਝੇਮ ਮਿਟਾਉਣ ਨੂੰ ਕਹਿੰਦਾ, ਕਿਉਂਕਿ ਉਹਦੇ ਪਿਓ ਸਾਹਮਣੇ ਮੈਂ ਉਹਦੀ ਨਲਾਇਕੀ ਨੂੰ ਜ਼ਾਹਿਰ ਕਰ ਦਿੰਦਾ। ਫਿਰ ਉਹ ਆਪਣੀ ਭੈਣ ਨੂੰ ਕਹਿੰਦਾ, ਮਿੰਨੀ, ਇਹ ਸਾਡੇ ਕਾਲਜ ਦਾ 1 ਨੰਬਰ ਦਾ ਮੂੰਹ ਫੱਟ ਹੈ, ਇਹਦੇ ਕੋਲੋਂ ਤੇ ਬਾਬਾ ਸਾਰੇ ਪ੍ਰੋਫੈਸਰ ਵੀ ਡਰਦੇ ਆ। ਇੱਕ ਦਿਨ ਪ੍ਰਿੰਸੀਪਲ ਸਾਹਿਬ ਨੂੰ ਵੀ ਪੈ ਗਿਆ ਸੀ। ਮਿੰਨੀ ਕਹਿੰਦੀ, ਕਿਉਂ? ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਜੀ ਨੇ DAV ਕਾਲਜ ਆਉਣਾ ਸੀ
ਉਹਨਾਂ ਨੂੰ NCC ਆਰਮੀ ਵਿੰਗ ਨੇ ਸਲਾਮੀ ਦੇਣੀ ਸੀ। ਇਹ NCC ਰਾਈਫਲ ਦਾ ਅੰਡਰ ਅਫਸਰ ਹੈ। ਪ੍ਰਿੰਸੀਪਲ ਨੂੰ ਇਹਨੇ ਕਿਹਾ ਜਾਂ ਤੇ NCC ਰਾਈਫਲ ਵੀ ਭਾਗ ਲਵੇਗੀ, ਨਹੀਂ ਤੇ ਕੋਈ ਵੀ ਸਲਾਮੀ ਨਹੀਂ ਦੇਵੇਗਾ। ਪ੍ਰਿੰਸੀਪਲ ਸਾਹਿਬ ਇਸ ਮਾਮੂਲੀ ਦਿਹਾਤੀ ਅੱਗੇ ਝੁਕ ਗਏ। ਇਹਨੇ ਆਰਮੀ ਵਿੰਗ ਦੇ ਅੰਡਰ ਅਫਸਰ ਦੇ ਨਾਲ ਖਲੋ ਕੇ ਆਕੜ ਕੇ ਫੋਟੋ ਖਿਚਵਾਈ। ਉਦੋਂ ਦਾ ਹੀ ਆਕੜਿਆ ਫਿਰਦਾ। ਫਿਰ ਮੇਰੇ ਵੱਲ ਹੱਥ ਕਰਕੇ ਕਹਿੰਦਾ, ਵੇਖ ਤੇ ਸਹੀ ਕਿਦਾਂ ਅੰਦਰੋਂ ਅੰਦਰੀ ਖੁਸ਼ ਹੋ ਰਿਹਾ। ਉਸ ਦੀਆਂ ਉਹ ਗੱਲਾਂ ਸਾਰਿਆਂ ਨੂੰ ਦੱਸਣੀਆਂ ਮੈਨੂੰ ਵੀ ਚੰਗੀਆਂ ਲੱਗਦੀਆਂ ਸਨ। ਉਹਦੀ ਮਾਂ ਚਾਹ ਲਿਆਉਣ ਦੀ ਆਵਾਜ਼ ਮਾਰਦੀ ਉਹਦੇ ਪਿਓ ਦੇ ਇਹ ਕਹਿਣ ਤੇ ਕਿ ਇਹਨੇ ਨਾਸਤਕ ਹੋ ਜਾਣਾ ਹੈ। ਹਰੀਸ਼ ਕਹਿੰਦਾ, ਨਹੀਂ ਪਾਪਾ, ਇਸ ਜਨਮ ਵਿੱਚ ਚਾਹੁੰਦਾ ਹੋਇਆ ਵੀ ਮੈਂ ਨਾਸਤਕ ਨਹੀਂ ਬਣ ਸਕਦਾ। ਇੱਕ ਅੰਗਰੇਜ਼ ਨੇ ਕਿਤਾਬ ਲਿਖੀ ਹੈ, ਉਸ ਵਿੱਚ ਉਹਨੇ ਕਿਹਾ ਹੈ, ਮੇਰਾ ਈਸਾਈ ਧਰਮ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਬਾਕੀ ਧਰਮਾਂ ਤੋਂ ਵੀ ਉੱਠ ਗਿਆ ਹੈ, ਪਰ ਫਿਰ ਵੀ ਕਿਧਰੇ ਗਹਿਰੇ ਵਿੱਚ ਜੀਸਸ ਮੇਰੇ ਮਨ ਵਿੱਚ ਬੈਠਾ ਹੈ। ਇਸੇ ਤਰ੍ਹਾਂ ਹੀ ਭਾਵੇਂ ਮੇਰਾ ਵੀ ਹੁਣ ਕਿਸੇ ਧਰਮ ਵਿੱਚ ਕੋਈ ਖਾਸ ਵਿਸ਼ਵਾਸ ਨਹੀਂ, ਪਰ ਫਿਰ ਵੀ ਭਗਵਾਨ ਮਹਾਵੀਰ ਮੈਨੂੰ ਨਾਸਤਿਕ ਨਹੀਂ ਬਣ ਦਿੰਦਾ। ਕਈ ਵਾਰ ਜੈਨੀ ਬੁੱਢਾ ਮੈਨੂੰ ਪੁੱਛਦਾ, ਕੁਲਬੀਰ ਤੁਹਾਡੇ ਧਰਮ ਵਿੱਚ ਵੀ ਨਰਕ ਸਵਰਗ ਹੈ ਕਿ ਨਹੀਂ? ਹੋਣਾ ਹੀ ਆ। ਗੁਰਬਾਣੀ ਵਿੱਚ ਚਿੱਤਰਗੁਪਤ ਜੋ ਸਾਰਾ ਲੇਖਾ ਲਿਖ ਕੇ ਧਰਮਰਾਜ ਨੂੰ ਭੇਜਦੇ ਹਨ ਲਿਖਿਆ ਹੈ, ਤੇ ਉਹਨਾਂ ਦੇ ਲਿਖੇ ਅਨੁਸਾਰ ਕਿਸੇ ਨੂੰ ਨਰਕ ਤੇ ਕਿਸੇ ਨੂੰ ਸਵਰਗ ਮਿਲਦਾ ਹੈ। ਇਸ ਤੋਂ ਵੱਧ ਤਾਂ ਮੈਨੂੰ ਖਾਸ ਪਤਾ ਵੀ ਨਹੀਂ ਸੀ ਹੁੰਦਾ। ਮਿੰਨੀ ਹੱਸ ਪੈਂਦੀ ਤੇ ਅੰਗਰੇਜ਼ੀ ਵਿੱਚ ਕਹਿੰਦੀ, ਵੈਰੀ ਡਿਪਲੋਮੈਟਿਕ ਰਿਪਲਾਈ, ਬੜਾ ਖਚਰਾ ਜਵਾਬ। ਪਰ ਹਰੀਸ਼ ਕਹਿੰਦਾ, ਪਾਪਾ ਇਹਨਾਂ ਦੇ ਧਰਮ ਵਿੱਚ ਵੀ ਲਗਭਗ ਉਹ ਸਭ ਕੁਝ ਹੈ ਜੋ ਹਿੰਦੂ ਧਰਮ ਵਿੱਚ ਹੈ। ਸਿਰਫ ਇਹਨਾਂ ਦੇ ਗੁਰੂ ਜੀ ਨੇ ਇਹ ਸੁਧਾਰ ਕੀਤਾ ਹੈ ਕਿ ਹਿੰਦੂ ਧਰਮ ਵਿੱਚ ਆਏ ਸਾਰੇ ਫਜ਼ੂਲ ਤੇ ਪੁਰਾਣੇ ਰਿਵਾਜ, ਜਿਵੇਂ ਜੰਝੂ ਪਾਉਣਾ ਜਾਂ ਕੋਈ ਮਰ ਜਾਵੇ ਤਾਂ ਪੁੱਤਰਾਂ ਵੱਲੋਂ ਸਿਰ ਰੋਡਾ ਕਰਾਉਣਾ ਆਦਿ ਹੀ ਹਟਾਏ ਹਨ। ਬਾਕੀ ਸਭ ਕੁਝ ਉਹੋ ਹੀ ਹੈ। ਹਰੀਸ਼ ਇਹ ਉਹੀ ਲਫ਼ਜ਼ ਦੁਹਰਾ ਰਿਹਾ ਸੀ ਜੋ ਸਾਡਾ ਧਾਰਮਿਕ ਸਿੱਖਿਆ ਵਾਲਾ ਪ੍ਰੋਫੈਸਰ ਕਹਿੰਦਾ ਹੁੰਦਾ ਸੀ। ਇਹ ਪ੍ਰੋਫੈਸਰ ਮਹਾਤਮਾ ਗਾਂਧੀ ਨੂੰ ਗੋਲੀ ਮਾਰਨ ਵਾਲੇ ਨੱਥੂ ਰਾਮ ਗੌਂਡਸੇ ਦਾ ਸਾਥੀ ਸੀ ਤੇ ਗਾਂਧੀ ਦੇ ਕਤਲ ਦਾ ਮੁਕੱਦਮਾ ਇਹਦੇ ਤੇ ਵੀ ਚੱਲ ਰਿਹਾ ਸੀ। ਨੱਥੂ ਰਾਮ ਗੌਂਡਸੇ ਤਾਂ ਫਾਹੇ ਲੱਗ ਗਿਆ, ਪਰ ਇਹ ਬਰੀ ਹੋ ਗਿਆ ਸੀ। ਇਹ ਪ੍ਰੋਫੈਸਰ ਦੱਸਦਾ ਹੁੰਦਾ ਸੀ ਕਿ ਉਹ ਹੈਡਗੇਵਾਰ ਦਾ ਬੜਾ ਗਹਿਰਾ ਪ੍ਰਸ਼ੰਸਕ ਹੈ। ਸਿੱਖ ਧਰਮ ਬਾਰੇ ਉਹ ਕਹਿੰਦਾ ਸੀ ਕਿ ਹਿੰਦੂ ਤੇ ਸਿੱਖ ਦੋਵੇਂ ਇੱਕ ਹੀ ਦਰਖਤ ਦੇ ਦੋ ਟਾਹਣ ਹਨ, ਪਰ ਪਤਾ ਨਹੀਂ ਇਹਨਾਂ ਸਿੱਖਾਂ ਨੂੰ ਪੂਰਾ ਦਰਖਤ ਹੋਣ ਦਾ ਭੁਲੇਖਾ ਕਿਹਨੇ ਪਾ ਦਿੱਤਾ ਹੈ। ਭਾਰਤ ਦਾ ਹਿੰਦੂ ਚਾਹੁੰਦਾ ਹੈ ਕਿ ਭਾਰਤ ਦਾ ਇਤਿਹਾਸ ਆਰੀਆਂ ਦੇ ਆਉਣ ਤੋਂ ਸ਼ੁਰੂ ਹੋਵੇ ਤੇ ਸਿੱਖ ਵੀ ਰਿਸ਼ੀਆਂ ਮੁਨੀਆਂ ਦੇ ਬਣਾਏ ਹੋਏ ਜ਼ਿੰਦਗੀ ਗੁਜ਼ਾਰਨ ਦੇ ਤਰੀਕੇ ਨੂੰ ਮੰਨਣ। ਸ਼ਾਇਦ ਉਹ ਮਨੂਵਾਦ ਦੀ ਗੱਲ ਕਰਨੀ ਚਾਹੁੰਦਾ ਸੀ, ਪਰ ਦਲਤ ਮੁੰਡਿਆਂ ਕਰਕੇ ਨਹੀਂ ਸੀ ਕਰਦਾ ਤੇ ਵਲ ਪਾ ਕੇ ਕਹਿੰਦਾ ਸੀ। ਪਰ ਜਦੋਂ ਸਿੱਖ ਆਪਣਾ ਇਤਿਹਾਸ 500 ਸਾਲ ਤੋਂ ਗੁਰੂ ਨਾਨਕ ਤੋਂ ਸ਼ੁਰੂ ਕਰਦੇ ਹਨ ਤਾਂ ਇਸੇ ਲਈ ਕਈ ਲੋਕ ਸਿੱਖਾਂ ਨੂੰ ਗੱਦਾਰ ਕਹਿਣ ਤੱਕ ਜਾਂਦੇ ਹਨ। ਹੋਰ ਕਿਸੇ ਹਿੰਦੂ ਦਾ ਸਿੱਖ ਨਾਲ ਕੋਈ ਵਿਰੋਧ ਨਹੀਂ। ਮੇਰਾ ਉਹ ਮਿੱਤਰ ਹੁਣ ਇਸ ਦੁਨੀਆ ਵਿੱਚ ਨਹੀਂ, ਪਰ ਉਹਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਮੈਂ ਅੱਜ ਵੀ ਠੀਕ ਮੰਨਦਾ ਹਾਂ। ਉਹਦੀਆਂ ਧਰਮ ਬਾਰੇ ਬਹੁਤੀਆਂ ਟਿੱਪਣੀਆਂ ਨੂੰ ਮੈਂ ਅੱਜ ਵੀ ਝੁਠਲਾ ਨਹੀਂ ਸਕਦਾ। ਸ਼ਾਇਦ ਕੋਈ ਵੀ ਬੰਦਾ ਆਪਣੇ ਧਰਮ ਵਿੱਚ ਆਈਆਂ ਤਰੁੱਟੀਆਂ ਕਰਕੇ ਉਸ ਧਰਮ ਨੂੰ ਜੋ ਉਸ ਨੂੰ ਬਚਪਨ ਤੋਂ ਮਿਲਿਆ ਹੋਵੇ ਛੱਡ ਨਹੀਂ ਸਕਦਾ। ਅੱਜ ਤੋਂ ਕਰੀਬ 35 ਸਾਲ ਪਹਿਲਾਂ ਮੇਰਾ ਮਿੱਤਰ ਜੈਨ ਧਰਮ ਵਿੱਚ ਪਾਏ ਬ੍ਰਾਹਮਣ ਦੇ ਰਲੇ ਕਰਕੇ ਬਹੁਤ ਚਿੰਤਤ ਸੀ, ਪਰ ਮੈਨੂੰ ਉਦੋਂ ਕੋਈ ਚਿੰਤਾ ਨਹੀਂ ਸੀ। ਮੈਂ ਆਪਣੇ ਧਰਮ ਨੂੰ ਸਰਵਸ਼੍ਰੇਸ਼ਟ ਧਰਮ ਸਮਝਦਾ ਸਾਂ। ਇਸ ਚੜ੍ਹਦੀ ਕਲਾ ਵਾਲੀ ਭਾਵਨਾ ਕਰਕੇ ਅੰਦਰੋਂ ਅੰਦਰ ਮੈਨੂੰ ਬੜਾ ਆਨੰਦ ਆਉਂਦਾ। ਉਹਦੇ ਕਹੇ ਹੋਏ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ। ਉਹ ਸਿੱਧਾ ਬ੍ਰਾਹਮਣ ਨੂੰ ਕਸੂਰਵਾਰ ਨਹੀਂ ਸੀ ਮੰਨਦਾ। ਉਹਦੀ ਨਿਗਾਹ ਵਿੱਚ ਜੈਨੀ ਵਿਦਵਾਨ ਤੇ ਧਾਰਮਿਕ ਲੋਕ ਵੀ ਉਨੇ ਹੀ ਕਸੂਰਵਾਰ ਸਨ, ਸਗੋਂ ਉਹ ਆਪਣੇ ਮਾਤਾ ਪਿਤਾ ਤੇ ਤਾਏ ਨੂੰ ਵੀ ਪੂਰਾ ਕਸੂਰਵਾਰ ਮੰਨਦਾ ਸੀ। ਉਹ ਕਹਿੰਦਾ ਸੀ,
ਜੇ ਸਧਾਰਨ ਲੋਕ ਗਲਤ ਤੇ ਭੁਲੇਖਾ ਪਾਊ ਜੈਨ ਪ੍ਰਚਾਰ ਨੂੰ ਨਾ ਮੰਨਣ ਤਾਂ ਬ੍ਰਾਹਮਣ ਇਹਨਾਂ ਦਾ ਹੁਣ ਵੀ ਕੁਝ ਨਹੀਂ ਵਿਗਾੜ ਸਕਦਾ। ਉਸ ਦੇ ਖਿਆਲ ਅਨੁਸਾਰ ਮਰਦੇ ਜੈਨ ਧਰਮ ਵਿੱਚ ਅਜੇ ਵੀ ਰੂਹ ਫੂਕੀ ਜਾ ਸਕਦੀ ਹੈ, ਪਰ ਉਹ ਇਹ ਵੀ ਮੰਨਦਾ ਸੀ ਕਿ ਇਸ ਤਰ੍ਹਾਂ ਹੋ ਸਕਣਾ ਹੁਣ ਕਾਫੀ ਮੁਸ਼ਕਲ ਹੋ ਗਿਆ ਹੈ, ਕਿਉਂਕਿ ਜੈਨੀ ਬਹੁਤ ਬੁਰੀ ਤਰ੍ਹਾਂ ਗੁੰਮਰਾਹ ਹੋ ਚੁੱਕੇ ਹਨ। ਗੁੰਮਰਾਹ ਹੋਏ ਲੋਕਾਂ ਨੂੰ ਰਾਹ 'ਤੇ ਲਿਆਉਣਾ ਉਨਾ ਹੀ ਔਖਾ ਹੁੰਦਾ ਹੈ ਜਿੰਨਾ ਖੋਤੇ ਨੂੰ ਬੇੜੀ 'ਤੇ ਚੜਾਉਣਾ। ਉਹ ਕਹਿੰਦਾ ਸੀ ਜੇ ਕੋਈ ਖੋਤੇ ਨੂੰ ਬੇੜੀ 'ਤੇ ਚੜਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਸਗੋਂ ਪਛਾਣ ਨੂੰ ਜਾਂਦਾ ਹੈ। ਉਹਦਾ ਤਰੀਕਾ ਇਹ ਹੈ ਕਿ ਖੋਤੇ ਦਾ ਪਿੱਛਾ ਬੇੜੀ ਵੱਲ ਕਰਕੇ ਅੱਗੇ ਨੂੰ ਖਿੱਚਿਆ ਜਾਵੇ ਤਾਂ ਉਹ ਅੜੀ ਕਰੇ ਪਛਾਣ ਨੂੰ ਜਾਂਦਾ ਹੈ ਤੇ ਇਸ ਤਰ੍ਹਾਂ ਘੜੱਪ ਕਰਕੇ ਬੇੜੀ ਵਿੱਚ ਚੜ ਜਾਂਦਾ ਹੈ। ਪਤਾ ਨਹੀਂ ਕਿਉਂ ਉਹ ਕਿਸੇ ਵੀ ਸੁਧਾਰ ਨੂੰ ਅਸੰਭਵ ਮੰਨਦਾ ਸੀ, ਬਲਕਿ ਉਸ ਦਾ ਫਤਵਾ ਵੀ ਸੀ ਕਿ ਹੁਣ ਕੁਝ ਨਹੀਂ ਹੋ ਸਕਦਾ। ਇੱਕੋ ਹੀ ਸਮੇਂ ਤੇ ਉਸ ਦੀਆਂ ਦੋ ਸੋਚਾਂ ਸ਼ਾਇਦ ਨਿਰਾਸ਼ਾ ਦਾ ਸਿੱਟਾ ਸਨ। ਇਹੋ ਹੀ ਹਾਲ ਅੱਜ ਹਰ ਜਾਗਰੂਕ ਸਿੱਖ ਦਾ ਹੈ। ਉਪਰੋਕਤ ਸਾਰੀਆਂ ਗੱਲਾਂ ਤੋਂ ਮੈਂ ਉਦੋਂ ਅਣਜਾਣ ਸਾਂ, ਪਰ ਅੱਜ ਨਹੀਂ। ਮੈਨੂੰ ਹੁਣ ਪੂਰਾ ਪਤਾ ਹੈ ਕਿ ਜੈਨੀਆਂ ਦੀ ਨਿਗਰੀ ਹਾਲਤ ਬਾਰੇ ਜਿੰਨਾ ਮੇਰਾ ਮਿੱਤਰ ਇੰਨੀ ਛੋਟੀ ਉਮਰ ਵਿੱਚ ਉਦੋਂ ਚਿੰਤਤ ਸੀ, ਅੱਜ ਸਿੱਖਾਂ ਦੀ ਹਾਲਤ ਉਸ ਤੋਂ ਕਈ ਗੁਣਾ ਵੱਧ ਭੈੜੀ ਸਥਿਤੀ ਵਿੱਚ ਹੈ। ਜੈਨ ਤਾਂ ਜਿੱਥੇ ਉਦੋਂ ਸਨ ਉੱਥੇ ਹੀ ਹੁਣ ਹਨ, ਪਰ ਸਿੱਖ ਬਹੁਤ ਡੂੰਘੀ ਖੱਡ ਵਿੱਚ ਡਿੱਗ ਚੁੱਕੇ ਹਨ। ਮੈਨੂੰ ਉਦੋਂ ਇਹ ਸਮਝ ਨਹੀਂ ਸੀ ਹੁੰਦੀ ਕਿ ਜੇ ਮੂੰਹ ਖੁਰ ਦੀ ਬਿਮਾਰੀ ਮੱਝਾਂ ਨੂੰ ਲੱਗੀ ਹੋਵੇ ਤਾਂ ਉਹ ਹੋਰ ਜਾਨਵਰਾਂ ਨੂੰ ਵੀ ਲੱਗ ਜਾਂਦੀ ਹੈ। ਜਿਹੜੇ ਰੋਗ ਨਾਲ ਬੱਕਰੀ ਮਰੀ, ਉਹ ਰੋਗ ਪਠੇਰੇ ਨੂੰ ਵਾਂਗ ਜੈਨੀ ਦੇ ਬੋਧੀ ਦੋਵੇਂ ਮਾਰੇ ਗਏ, ਪਰ ਮੁਸਲਿਮ ਅਤੇ ਈਸਾਈ ਧਰਮ ਦੋਵੇਂ ਇੱਥੋਂ ਦੇ ਜੰਪਲ ਨਹੀਂ ਅਤੇ ਉਹ ਦੋਵੇਂ ਹੀ ਹਮਲਾਵਰ ਸਨ ਤੇ ਬਾਹਰਲੇ ਮੁਲਕਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹਨ, ਇਸ ਲਈ ਇਹ ਨਹੀਂ ਮਰ ਸਕਦੇ। ਜਦੋਂ ਕਿ ਦੂਜੇ ਚਾਰੇ ਧਰਮ ਅਰਥਾਤ ਜੈਨੀ, ਬੋਧੀ, ਪਾਰਸੀ ਤੇ ਸਿੱਖ ਨਹੀਂ ਬਚ ਸਕਦੇ। ਬ੍ਰਾਹਮਣ ਨੇ ਸਿੱਖਾਂ ਨੂੰ ਵਿੱਚੋਂ ਵਿੱਚ ਖਾ ਲਿਆ ਹੈ। ਜੈਨੀਆਂ ਦੇ ਧਾਰਮਿਕ ਗ੍ਰੰਥਾਂ ਵਿੱਚ ਰਲਾ ਤਾਂ ਪਿਆ, ਪਰ ਉਹਨਾਂ ਦਾ ਅਹਿੰਸਾ ਦਾ ਅਸੂਲ ਅਜੇ ਵੀ ਜਿਉਂ ਦਾ ਤਿਉਂ ਹੈ। ਇਸ ਅਸੂਲ ਤੋਂ ਹੀ ਉਹ ਆਪਣਾ ਸੁਧਾਰ ਕਰਨਾ ਚਾਹੁਣ ਤਾਂ ਸ਼ਾਇਦ ਸੰਭਵ ਹੋ ਸਕਦਾ ਹੋਵੇ, ਪਰ ਸਿੱਖ ਧਰਮ ਦਾ ਤਾਂ ਹੁਣ ਕੋਈ ਅਸੂਲ ਹੀ ਨਹੀਂ ਰਹਿ ਗਿਆ। ਜਿਸ ਧਰਮ ਦੇ ਪੈਰ ਵੱਢੇ ਜਾਣ ਉਸ ਦਾ ਕੀ ਬਣ ਸਕਦਾ ਹੈ। ਗੁਰਦੁਆਰਿਆਂ ਦੇ ਗ੍ਰੰਥੀ ਬ੍ਰਾਹਮਣ ਦਾ ਰੂਪ ਲੈ ਚੁੱਕੇ ਹਨ ਤੇ 5 ਤਖਤਾਂ ਦੇ ਜਥੇਦਾਰ ਸ਼ੰਕਰਾਚਾਰੀਆ ਪੀਠਾਂ ਦਾ। ਸਾਧਾਂ ਸੰਤਾਂ ਨੇ ਲੋਕਾਂ ਦੇ ਦਿਮਾਗ ਬਿਮਾਰ ਕਰ ਦਿੱਤੇ ਹਨ ਅਤੇ ਝੂਠੀਆਂ ਸੱਚੀਆਂ ਸਾਖੀਆਂ ਸੁਣਾ ਕੇ ਇੰਨਾ ਕਚਰਾ ਭਰ ਦਿੱਤਾ ਹੈ ਜੋ ਹੁਣ ਕੱਢਿਆ ਨਹੀਂ ਜਾ ਸਕਦਾ। 10 ਗੁਰੂ ਸਾਹਿਬਾਨ ਜਿਨ੍ਹਾਂ ਨੇ ਪੂਰੇ 200 ਸਾਲ ਵਿੱਚ ਸਿੱਖਾਂ ਦਾ ਰੂਪ ਤੇ ਸਿਧਾਂਤ ਤਿਆਰ ਕੀਤਾ ਸੀ, ਅੱਜ ਡੇਰੇਦਾਰ ਸਾਧਾਂ ਸੰਤਾਂ ਦੀ ਧੂੜ ਵਿੱਚ ਆਮ ਸਿੱਖਾਂ ਦੀ ਪਛਾਣੋਂ ਬਾਹਰ ਹੋਣ ਦੀ ਨੌਬਤ ਤੱਕ ਆ ਗਿਆ ਹੈ। 10 ਗੁਰੂ ਸਾਹਿਬਾਨ ਨੇ ਜਿਹੜਾ ਕੰਮ ਸਿੱਖਾਂ ਨੂੰ ਨਾ ਕਰਨ ਦੀ ਹਦਾਇਤ ਕੀਤੀ ਸੀ, ਉਹ ਕੰਮ ਸਗੋਂ ਜ਼ਰੂਰ ਹੀ ਕਰਵਾਉਣ ਲਈ ਸਾਧ ਸੰਤ ਹਰ ਹੀਲਾ ਵਸੀਲਾ ਵਰਤ ਰਹੇ ਹਨ। ਬ੍ਰਾਹਮਣ ਦੀ ਤੋਤੇ ਰੱਟ ਨੂੰ ਗੁਰੂ ਜੀ ਨੇ ਨਕਾਰਿਆ ਸੀ, ਪਰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦੀ ਸਿੱਖਿਆ ਗ੍ਰਹਿਣ ਕਰਨ ਦੀ ਥਾਂ ਸਗੋਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਬ੍ਰਾਹਮਣਾਂ ਵਾਂਗ ਰਟਣਾ ਸ਼ੁਰੂ ਕਰ ਦਿੱਤਾ ਹੈ। 5 ਲੱਖ ਪਾਠ, 1.25 ਲੱਖ ਪਾਠ ਤੇ ਇੱਕ ਲਾਈਨ ਵਿੱਚ 21 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖ ਕੇ ਪਾਠ ਕਰਨ ਤੇ ਬ੍ਰਾਹਮਣਾਂ ਨੂੰ ਵੀ ਮਾਤ ਪਾ ਦਿੱਤੀ। ਢੋਲਕੀਆਂ, ਚਿਮਟਿਆਂ, ਹਾਰਮੋਨੀਅਮ ਵਾਜਿਆਂ ਤੇ ਲਾਊਡ ਸਪੀਕਰਾਂ ਨਾਲ ਆਪਣੇ ਹੀ ਮਨ ਵਿੱਚ ਬੈਠੇ ਸਤਿਗੁਰੂ ਨੂੰ ਲੱਭਿਆ ਜਾ ਰਿਹਾ ਹੈ। ਗੁਰੂ ਦਸਮ ਪਾਤਸ਼ਾਹ ਜੀ ਦੀ ਇੱਛਾ ਦੇ ਉਲਟ ਪੀੜ੍ਹੀ ਦੇ ਪਾਵਿਆਂ, ਥੜਿਆਂ ਤੇ ਸਰਦਲਾਂ ਨੂੰ ਨੱਪਿਆ ਘੁੱਟਿਆ ਜਾ ਰਿਹਾ ਹੈ। ਜਿਹੜਾ ਸਰੀਰ 5 ਭੂਤਕ ਨਾ ਹੋਵੇ ਉਹ ਠੰਡ ਤੇ ਗਰਮੀ ਤੋਂ ਰਹਿਤ ਹੁੰਦਾ ਹੈ। ਮਹਾਰਾਜ ਦੇ ਸੁੱਖ ਆਸਣ ਦੇ ਨਾਂ ਤੇ ਏਸੀ ਤੇ ਹੀਟਰ ਲੱਗ ਰਹੇ ਹਨ, ਕੰਬਲ ਰਜਾਈਆਂ ਦਿੱਤੇ ਜਾ ਰਹੇ ਹਨ। ਗਰਮੀਆਂ ਵਿੱਚ ਮਲਮਲ ਦਾ ਬਰੀਕ ਕੱਪੜਾ ਤੇ ਸਰਦੀਆਂ ਵਿੱਚ ਭਾਰੀਆਂ ਰਜਾਈਆਂ ਖਰੀਦ ਕੇ ਪੁੰਨ ਖੱਟਿਆ ਜਾ ਰਿਹਾ ਹੈ। ਨਾਰੀਅਲ ਤੇ ਕੁੰਭ ਗ੍ਰੰਥੀ ਕਹਿ ਕੇ ਮੰਗਵਾਉਂਦੇ ਹਨ। ਕੋਰਾ ਘੜਾ ਨਾ ਹੋਵੇ ਤਾਂ ਅਰਥੀ ਨਹੀਂ ਚੁੱਕੀ ਜਾਂਦੀ।
ਇਸ ਸਭ ਕੁਝ ਨੇ ਸਿੱਖੀ ਨੂੰ ਡੂੰਘੀ ਖੱਡ ਵੱਲ ਧਕੇਲ ਦਿੱਤਾ ਹੈ। ਡੇਰਿਆਂ ਦੇ ਸਾਧਾਂ ਨੂੰ ਗੁਰੂਆਂ ਦੇ ਗੁਰਪੁਰਬ ਮਨਾਉਣੇ ਭੁੱਲ ਗਏ ਹਨ, ਪਰ ਆਪਣੇ ਤੋਂ ਪਹਿਲਾਂ ਹੋ ਚੁੱਕੇ ਸਾਧਾਂ ਦੇ ਮੇਲੇ ਲਵਾਉਂਦੇ ਤੇ ਗੁਰਪੁਰਬ ਤੋਂ ਵੀ ਜ਼ਿਆਦਾ ਆਡੰਬਰ ਰਚਦੇ ਹਨ। ਭਗਤ ਕਬੀਰ ਜੀ ਦੀ ਬਾਣੀ ਦਾ ਉਹ ਮੁੱਖ ਵਾਕ ਦੋਨੋਂ ਹਾਥ ਉਲੀਚੀਏ ਯਹੀ ਸੰਤਨ ਕਾ ਕਾਮ ਅੱਜ ਬੇਮਤਲਬ ਹੋ ਗਿਆ ਹੈ। ਅੱਜ ਕੱਲ੍ਹ ਦੇ ਸਾਧ ਤਾਂ ਪੈਸੇ ਨੂੰ ਇੰਨਾ ਘੁੱਟ ਲੈਂਦੇ ਹਨ ਤੇ ਗ੍ਰਸਤੀਆਂ ਨਾਲੋਂ ਵੀ ਮਾਇਆ ਦਾ ਜ਼ਿਆਦਾ ਮੋਹ ਕਰਦੇ ਹਨ ਕਿ ਕਿਸੇ ਸਾਧ ਕੋਲੋਂ ਕੌਮ ਦੇ ਭਲੇ ਵਾਸਤੇ ਪੈਸੇ ਲੈਣੇ ਤੇ ਸੰਢਾ ਚੋਣਾ ਇੱਕ ਬਰਾਬਰ ਹੈ। ਅੱਜ ਜੈਨੀਆਂ ਤੇ ਬੋਧੀਆਂ ਵਾਂਗ ਸਿੱਖ ਧਰਮ ਵੀ ਪੂਰੀ ਤਰ੍ਹਾਂ ਬ੍ਰਾਹਮਣ ਦੀ ਗ੍ਰਿਫਤ ਵਿੱਚ ਹੈ। ਸਿੱਖ ਹਿੰਦੂ ਰੂਪੀ ਅਜਗਰ ਦੇ ਵਲੇਵੇਂ ਵਿੱਚ ਫਸ ਚੁੱਕਾ ਹੈ। ਹੁਣ ਦਿਨ ਬ ਦਿਨ ਅਜਗਰ ਦੀ ਘੁੱਟਣ ਵੱਧਦੀ ਜਾਏਗੀ ਤੇ ਸਿੱਖ ਦੀਆਂ ਹੱਡੀਆਂ ਦਾ ਚੂਰਾ ਬਣਨ ਦੇ ਨਾਲ ਨਾਲ ਗਿੱਠ ਲੰਮੀ ਜੀਭ ਵੀ ਬਾਹਰ ਨਿਕਲਦੀ ਆਵੇਗੀ। ਜਿਨ੍ਹਾਂ ਡੇਰੇ ਵਾਲੇ ਸੰਤਾਂ ਸਾਧਾਂ ਨੇ ਆਮ ਸਿੱਖਾਂ ਦੀ ਅਗਵਾਈ ਕਰਕੇ ਉਹਨਾਂ ਨੂੰ ਹਿੰਦੂ ਰੂਪੀ ਅਜਗਰ ਦੇ ਮੂੰਹ ਵਿੱਚੋਂ ਬਚਾਉਣਾ ਸੀ, ਉਹ ਤਾਂ ਆਪ ਅਜਗਰ ਬਣ ਚੁੱਕੇ ਹਨ। ਹੁਣ ਸਿੱਖ ਦਾ ਕੀ ਬਣਨਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਸਹਾਈ ਹੋਣ। ਸਿਰਲੇਖ ਬੁੱਧ ਧਰਮ। ਸਿੱਖ ਧਰਮ ਅਤੇ ਦੂਜੇ ਧਰਮਾਂ ਵਿੱਚ ਮੁੱਢਲਾ ਫਰਕ ਇਹ ਹੈ ਕਿ ਦੂਜੇ ਧਰਮਾਂ ਦੀ ਸ਼ੁਰੂਆਤ ਜਾਂ ਮਾਨਤਾ ਇਸ ਕਰਕੇ ਸ਼ੁਰੂ ਹੋਈ ਕਿਉਂਕਿ ਹਿੰਦੂਆਂ ਦੇ ਭਗਵਾਨ ਰਾਮ, ਕ੍ਰਿਸ਼ਨ, ਜੈਨੀਆਂ ਦੇ 24 ਤੀਰਥੰਕਰ, ਬੁੱਧ ਧਰਮ ਦੇ ਮਹਾਤਮਾ ਬੁੱਧ ਅਤੇ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਸਾਰੇ ਰਾਜੇ ਜਾਂ ਰਾਜਿਆਂ ਦੇ ਪੁੱਤਰ ਸਨ। ਪਰ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਜੀ ਸਿਰਫ ਇੱਕ ਪਟਵਾਰੀ ਦੇ ਪੁੱਤਰ ਸਨ। ਇਸੇ ਤਰ੍ਹਾਂ ਹੀ ਈਸਾਈ ਧਰਮ ਦੇ ਬਾਨੀ ਯਸੂ ਮਸੀਹ ਵੀ ਇੱਕ ਤਰਖਾਣ ਸਨ। ਉਹਨਾਂ ਦਾ ਤਾਂ ਜਨਮ ਵੀ ਭੇਡਾਂ ਦੇ ਵਾੜੇ ਵਿੱਚ ਹੋਇਆ ਸੀ। ਰਾਮ, ਕ੍ਰਿਸ਼ਨ, ਜੈਨੀਆਂ ਦੇ 24 ਤੀਰਥੰਕਰ, ਬੁੱਧ ਦੇ ਸਿੱਖਾਂ ਦੇ ਗੁਰੂ ਨਾਨਕ ਸਮੇਤ 10 ਦੇ 10 ਗੁਰੂ ਵੀ ਕਛੱਤਰੀ ਹੁਣ ਦੇ ਖੱਤਰੀ ਸਨ। ਕਹਿਣ ਤੋਂ ਭਾਵ ਇਹ ਹੈ ਕਿ ਭਾਰਤ ਵਿੱਚ ਜਨਮੇ ਸਾਰੇ ਧਰਮ ਗੁਰੂ ਕਛੱਤਰੀ ਹਨ। ਰਾਮ ਤੇ ਕ੍ਰਿਸ਼ਨ ਦਾ ਸੰਬੰਧ ਤਾਂ ਹਿੰਦੂ ਧਰਮ ਨਾਲ ਹੀ ਰਿਹਾ ਹੈ, ਪਰ ਬੁੱਧ ਤੋਂ ਬੁੱਧ ਧਰਮ, ਜੈਨ ਗੁਰੂਆਂ ਤੋਂ ਜੈਨ ਧਰਮ ਤੇ 10 ਗੁਰੂਆਂ ਤੋਂ ਸਿੱਖ ਧਰਮ ਹੋਂਦ ਵਿੱਚ ਆਇਆ ਹੈ। ਈਸਾਈ ਤੇ ਮੁਸਲਮਾਨ ਜਾਂ ਮੁਸਲਿਮ ਧਰਮ ਬਾਹਰ ਤੋਂ ਭਾਰਤ ਆਏ, ਇਸ ਲਈ ਇਹਨਾਂ ਦੋਹਾਂ ਦੀ ਗੱਲ ਬਾਅਦ ਵਿੱਚ ਕਰਾਂਗੇ। ਉਪਰੋਕਤ ਸਾਰੇ ਧਰਮਾਂ ਵਿੱਚ ਬ੍ਰਾਹਮਣ ਦਾ ਰੋਲ ਕੀ ਸੀ, ਇਸ ਦੀ ਚਰਚਾ ਜ਼ਰੂਰੀ ਹੈ ਕਿਉਂਕਿ ਰਾਮ ਤੇ ਕ੍ਰਿਸ਼ਨ ਤਾਂ ਹਿੰਦੂ ਧਰਮ ਨਾਲ ਹੀ ਸੰਬੰਧਿਤ ਸਨ। ਇਸ ਲਈ ਹਿੰਦੂ ਧਰਮ ਤਾਂ ਬ੍ਰਾਹਮਣ ਤੋਂ ਬਿਨਾਂ ਇੱਕ ਪੈਰ ਵੀ ਨਹੀਂ ਤੁਰਿਆ। ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ ਵਾਂਗ ਹਿੰਦੂ ਕਛੱਤਰੀਆਂ ਨੇ ਬ੍ਰਾਹਮਣ ਤੋਂ ਬਿਨਾਂ ਇੱਕ ਪੈਰ ਵੀ ਨਹੀਂ ਪੁੱਟਿਆ। ਜੇ ਕਛੱਤਰੀ ਰਾਜਿਆਂ ਨੇ ਪਰਜਾ ਤੇ ਜ਼ੁਲਮ ਕੀਤਾ ਤਾਂ ਬ੍ਰਾਹਮਣ ਨੇ ਇਸ ਨੂੰ ਜਾਇਜ਼ ਕਰਾਰ ਦਿੱਤਾ, ਬਲਕਿ ਪਰਜਾ ਨੂੰ ਇਹ ਸਮਝਾਇਆ ਕਿ ਜੇ ਰਾਜਾ ਤਾਂ ਪਿਤਾ ਸਮਾਨ ਹੁੰਦਾ ਹੈ, ਜੇ ਉਹ ਕਿਸੇ ਦੀ ਜਾਨ ਵੀ ਲੈ ਲਵੇ ਤਾਂ ਕੋਈ ਗੱਲ ਨਹੀਂ। ਜੇ ਰਾਜੇ ਨੂੰ ਆਪਣੇ ਕੀਤੇ ਹੋਏ ਪਾਪਾਂ ਤੋਂ ਡਰ ਲੱਗਾ ਤਾਂ ਬ੍ਰਾਹਮਣ ਫਟ ਉਸ ਦੀ ਮਦਦ ਤੇ ਆ ਗਿਆ ਤੇ ਉਸ ਨੂੰ ਮਾਨਸਿਕ ਉਲਝਣ ਵਿੱਚੋਂ ਕੱਢਣ ਲਈ ਉਸ ਨੂੰ ਦੱਸਿਆ ਕਿ ਸ਼ਕਤੀਸ਼ਾਲੀ ਰਾਜਾ ਪਾਪ ਅਤੇ ਪੁੰਨ ਤੋਂ ਪਰੇ ਹੁੰਦਾ ਹੈ। ਇਸ ਲਈ ਰਾਜੇ ਨੂੰ ਆਪਣੇ ਕੀਤੇ ਹੋਏ ਪਾਪਾਂ ਤੋਂ ਡਰਨ ਦੀ ਲੋੜ ਨਹੀਂ, ਬਸ ਉਹ ਬ੍ਰਾਹਮਣ ਨਾਲ ਬਣਾ ਕੇ ਰੱਖੇ, ਫਿਰ ਉਸ ਨੂੰ ਕੋਈ ਖੁਦ ਦਲਿੱਦਰ ਨਹੀਂ। ਬ੍ਰਾਹਮਣ ਕੋਲ ਹਰ ਮਰਜ਼ ਦੀ ਦਵਾ ਹੈ। ਇਸ ਤਰ੍ਹਾਂ ਦੇ ਆਪਸੀ ਸਮਝੌਤੇ ਵਿੱਚ ਇੱਕ ਵਾਰ ਉਦੋਂ ਦਰਾੜ ਆਈ ਜਦੋਂ ਪਰਸ਼ੂਰਾਮ ਦੇ ਪਿਓ ਬ੍ਰਾਹਮਣ ਨੇ ਕਛੱਤਰੀ ਰਾਜੇ ਕੋਲੋਂ ਕਪਲਾ ਗਊ ਮੰਗ ਲਈ। ਕਪਲਾ ਗਊ ਉਸ ਕਾਮਧੇਨ ਗਊ ਨੂੰ ਆਖਦੇ ਹਨ ਜਿਹੜੀ ਦੁੱਧ ਤੋਂ ਬਗੈਰ ਹੋਰ ਵੀ ਜੋ ਮੰਗੋ ਉਹ ਦਿੰਦੀ ਹੈ। ਰਾਜੇ ਨੂੰ ਬ੍ਰਾਹਮਣ ਦੀ ਇਹ ਮੰਗ ਚੰਗੀ ਨਾ ਲੱਗੀ। ਨਾਲੇ ਬ੍ਰਾਹਮਣ ਨੇ ਉਹਨੂੰ ਇਹ ਵੀ ਤਾਂ ਦੱਸਿਆ ਸੀ ਕਿ ਸ਼ਕਤੀਸ਼ਾਲੀ ਰਾਜਾ ਪਾਪ ਦੇ ਪੁੰਨ ਤੋਂ ਪਰੇ ਹੁੰਦਾ ਹੈ। ਇਸ ਲਈ ਜਦੋਂ ਹੀ ਬ੍ਰਾਹਮਣ ਨੇ ਰਾਜੇ ਨੂੰ ਕਿਹਾ, ਰਾਜਨ ਤੈਨੂੰ ਪਾਪ, ਅਜੇ ਗੱਲ ਬ੍ਰਾਹਮਣ ਦੇ ਮੂੰਹ ਵਿੱਚ ਹੀ ਸੀ ਕਿ ਰਾਜੇ ਨੇ ਤਲਵਾਰ ਮਾਰ ਕੇ ਉਹਦਾ ਸਿਰ ਲਾਹ ਕੇ ਉਹ ਮਾਰਿਆ। ਪਰ ਇਹ ਗੱਲ ਆਈ ਗਈ ਨਾ ਹੋ ਸਕੀ।
ਉਸੇ ਹੀ ਬ੍ਰਾਹਮਣ ਦੇ ਪੁੱਤ ਪਰਸ਼ੂਰਾਮ ਨੇ ਆਪਣੇ ਪਿਓ ਦਾ ਬਦਲਾ ਲੈਣ ਲਈ ਕਛੱਤਰੀ ਰਾਜਿਆਂ ਦਾ ਹੀ ਨਹੀਂ, ਕਛੱਤਰੀ ਜਨਤਾ ਦਾ ਵੀ ਕਤਲੇਆਮ ਸ਼ੁਰੂ ਕਰ ਦਿੱਤਾ। 18 ਸ਼ੇਰ ਦਾ ਫਰਸਾ ਕੁਹਾੜਾ ਉਹ ਹਰ ਵੇਲੇ ਮੋਢੇ ਤੇ ਰੱਖਦਾ। ਉਸੇ ਨੇ ਇਸ ਧਰਤੀ ਨੂੰ 18 ਵਾਰ ਕਛੱਤਰੀਆਂ ਤੋਂ ਰਹਿਤ ਕੀਤਾ। ਪਰਸ਼ੂਰਾਮ ਜਦੋਂ ਕਛੱਤਰੀਆਂ ਨੂੰ ਮਾਰਦਾ ਸੀ ਤਾਂ ਔਰਤਾਂ ਨੂੰ ਨਹੀਂ ਸੀ ਮਾਰਦਾ, ਤੇ ਨਾ ਹੀ ਉਹ ਰਿਸ਼ੀਆਂ ਮੁਨੀਆਂ ਨੂੰ ਮਾਰਦਾ ਸੀ। ਸੰਤਾਨ ਉਤਪਤੀ ਦਾ ਹੋਰ ਕੋਈ ਤਰੀਕਾ ਨਾ ਰਿਹਾ ਸਿਵਾਏ ਨਿਯੋਗ ਦੇ। ਕਛੱਤਰੀ ਇਸਤਰੀਆਂ ਰਿਸ਼ੀਆਂ ਮੁਨੀਆਂ ਦੇ ਤੇ ਤਪਸਵੀਆਂ ਨਾਲ ਭੋਗ ਕਰਦੀਆਂ ਤੇ ਇਸ ਤਰ੍ਹਾਂ ਸੰਤਾਨ ਦੀ ਉਤਪਤੀ ਹੁੰਦੀ। ਇਸੇ ਤਰੀਕੇ ਨੂੰ ਹੀ ਨਿਯੋਗ ਕਹਿੰਦੇ ਹਨ, ਕਿਉਂਕਿ 18 ਵਾਰ ਧਰਤੀ ਆਮ ਕਛੱਤਰੀਆਂ ਤੋਂ ਖਾਲੀ ਹੋ ਚੁੱਕੀ ਸੀ। ਉਸ ਤੋਂ ਬਾਅਦ ਜਿੰਨੇ ਵੀ ਬੱਚੇ ਜੰਮੇ ਉਹ ਰਿਸ਼ੀਆਂ ਮੁਨੀਆਂ ਦੇ ਸਨ। ਇਸੇ ਲਈ ਹੀ ਭਾਰਤੀ ਲੋਕਾਂ ਨੂੰ ਰਿਸ਼ੀਆਂ ਮੁਨੀਆਂ ਦੀ ਔਲਾਦ ਕਿਹਾ ਜਾਂਦਾ ਹੈ। ਕਹਿੰਦੇ ਹਨ ਸ਼ਬਦ ਅਰੋੜੇ ਵੀ ਇਸੇ ਹੀ ਸਾਕੇ ਵਿੱਚੋਂ ਹੋਂਦ ਵਿੱਚ ਆਇਆ ਹੈ। ਜਦੋਂ ਪਰਸ਼ੂਰਾਮ ਕਿਸੇ ਨੂੰ ਮਾਰਦਾ ਸੀ ਤਾਂ ਪਹਿਲਾਂ ਪੁੱਛ ਲੈਂਦਾ ਸੀ ਕਛੱਤਰੀ, ਜੋ ਕਹਿੰਦਾ ਸੀ ਹਾਂ ਤਾਂ ਉਸ ਨੂੰ ਕਤਲ ਕਰ ਦਿੰਦਾ ਸੀ। ਇੱਕ ਦਿਨ ਇੱਕ ਸਮਝਦਾਰ ਤੇ ਸਿਆਣੇ ਕਛੱਤਰੀ ਨੂੰ ਉਹਨੇ ਪੁੱਛਿਆ ਕਛੱਤਰੀ, ਅੱਗੋਂ ਉਸ ਕਛੱਤਰੀ ਨੇ ਕਿਹਾ ਨਹੀਂ ਹਮ ਔਰ हैं। ਫਿਰ ਸਾਰੇ ਕਛੱਤਰੀ ਹੀ ਹਮ ਔਰ हैं ਕਹਿ ਕੇ ਜਾਨ ਬਚਾ ਲੈਂਦੇ। ਇਸੇ ਤਰ੍ਹਾਂ ਹੀ ਔਰ ਤੋਂ ਬਦਲਦਾ ਬਦਲਦਾ ਸ਼ਬਦ ਅਰੋੜਾ ਬਣ ਗਿਆ। ਇਹ ਦੰਤ ਕਥਾ ਬੜੀ ਮਸ਼ਹੂਰ ਹੈ ਕਿ ਰਾਮਚੰਦਰ ਦੇ ਭਰਾ ਲਛਮਣ ਨੇ ਪਰਸ਼ੂਰਾਮ ਦਾ ਕਤਲ ਕਰਕੇ ਸਾਰਿਆਂ ਨੂੰ ਮੁਕਤੀ ਦਵਾਈ ਸੀ। ਬਸ ਇਸ ਕਹਾਣੀ ਤੋਂ ਬਗੈਰ ਹੋਰ ਕਿਤੇ ਵੀ ਬ੍ਰਾਹਮਣ ਤੇ ਕਛੱਤਰੀ ਦਾ ਟਕਰਾਅ ਨਹੀਂ ਹੋਇਆ। ਸਗੋਂ ਅਯੁੱਧਿਆ ਤੋਂ 1000 ਮੀਲ ਦੂਰ ਬੈਠਾ ਇੱਕ ਦਲਤ ਜਿਸ ਦਾ ਨਾਂ ਸ਼ੰਭੂਕ ਸੀ, ਰਾਮਚੰਦਰ ਦੇ ਹੁਕਮ ਨਾਲ ਲੱਭ ਕੇ ਕਤਲ ਕੀਤਾ ਗਿਆ। ਕਿਉਂਕਿ ਅਯੁੱਧਿਆ ਦੇ ਇੱਕ ਬ੍ਰਾਹਮਣ ਦਾ ਪੁੱਤਰ ਮਰ ਗਿਆ ਤਾਂ ਉਸਨੇ ਰਾਮਚੰਦਰ ਦੇ ਮਹਿਲ ਵਿੱਚ ਆ ਕੇ ਪਿੱਟ ਸਿਆਪਾ ਪਾ ਦਿੱਤਾ ਤੇ ਕਿਹਾ ਬ੍ਰਾਹਮਣਾਂ ਦੇ ਪੁੱਤਰ ਮਰਨ ਕਿਉਂ ਨਾ, ਤੇਰੇ ਰਾਜ ਵਿੱਚ ਅਨਰਥ ਹੋ ਰਿਹਾ ਹੈ। ਸ਼ੂਦਰ ਤਪ ਕਰ ਰਹੇ ਹਨ, ਇਸ ਤਪ ਦਾ ਭਾਰ ਤਾਂ ਸਾਡੇ ਤੇ ਹੀ ਪਵੇਗਾ ਨਾ। ਰਾਮਚੰਦਰ ਨੇ ਬ੍ਰਾਹਮਣ ਨੂੰ ਧੀਰਜ ਦਿੱਤਾ ਤੇ ਭਰੋਸਾ ਦਿਵਾਇਆ ਕਿ ਇਨਸਾਫ ਹੋਵੇਗਾ। ਉਸ ਸ਼ੂਦਰ ਸ਼ੰਭੂਕ ਨੂੰ 1000 ਮੀਲ ਦੂਰ ਬੈਠੇ ਨੂੰ ਜਾ ਲੱਭਿਆ ਤੇ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਬ੍ਰਾਹਮਣ ਦੇ ਕਛੱਤਰੀ ਦਾ ਇੱਕ ਟਕਰਾਅ ਹੋਰ ਵੀ ਆਇਆ, ਪਰ ਇਸ ਟਕਰਾਅ ਨੂੰ ਹਿੰਦੂ ਬ੍ਰਾਹਮਣ ਕਛੱਤਰੀ ਯੁੱਧ ਨਹੀਂ ਸਗੋਂ ਨੇਕੀ ਤੇ ਬਦੀ ਦੀ ਲੜਾਈ ਕਹਿੰਦੇ ਹਨ, ਜਿਸ ਵਿੱਚ ਬਦੀ ਦੀ ਹਾਰ ਹੋਈ ਤੇ ਨੇਕੀ ਦੀ ਜਿੱਤ ਹੋਈ। ਇਸ ਕਰਕੇ ਹੀ ਬਦੀ ਦੇ ਪ੍ਰਤੀਕ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ। ਜਦੋਂ ਪੰਜਾਬ ਵਿੱਚ ਸੰਘਰਸ਼ ਚੱਲ ਰਿਹਾ ਸੀ ਤਾਂ ਭੂਏ ਚੜੇ ਹੋਏ ਪੰਜਾਬੀ ਹਿੰਦੂਆਂ, ਜਿਨ੍ਹਾਂ ਨੂੰ ਪੁਲਿਸ ਦੀ ਸ਼ਹਿ ਸੀ, ਨੇ ਅੰਮ੍ਰਿਤਸਰ ਸ਼ਹਿਰ ਵਿੱਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਦੇ ਨਾਲ ਇੱਕ ਸਿੱਖ ਦਾ ਪੁਤਲਾ ਵੀ ਬਣਾ ਦਿੱਤਾ। ਅਕਾਲੀ ਦਲ ਮਾਨ ਦੀ ਅੰਮ੍ਰਿਤਸਰ ਯੂਨਿਟ ਨੇ ਡੀਸੀ ਅੰਮ੍ਰਿਤਸਰ ਤੇ SSP ਨਾਲ ਗੱਲ ਕੀਤੀ ਅਤੇ ਗੰਭੀਰ ਸਿੱਟਿਆਂ ਦੀ ਚੇਤਾਵਨੀ ਦਿੱਤੀ, ਜਿਸ ਕਰਕੇ ਗੜਬੜ ਹੋਣ ਤੋਂ ਬਚਾਅ ਹੋ ਗਿਆ ਤੇ ਪੁਤਲੇ ਵਿੱਚ ਤਬਦੀਲੀ ਕਰਕੇ ਮਹਿੰਗਾਈ ਦਾ ਪੁਤਲਾ ਬਣਾ ਦਿੱਤਾ ਗਿਆ। ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਮੈਂ ਪਹਿਲਾਂ ਹੀ ਇੱਕ ਬਿਆਨ ਦੇ ਦਿੱਤਾ ਸੀ ਕਿ ਜੇ ਇੱਥੇ ਸਿੱਖ ਦਾ ਪੁਤਲਾ ਬਣਾ ਕੇ ਸਾੜਿਆ ਗਿਆ ਤਾਂ ਹੋ ਸਕਦਾ ਹੈ ਅਸੀਂ ਵੀ ਕੋਈ ਪੁਤਲਾ ਬਣਾ ਕੇ ਸਾੜੀਏ। ਪ੍ਰੈਸ ਵਾਲਿਆਂ ਪੁੱਛਿਆ ਕਿਹਦਾ ਬਣਾਓਗੇ? ਰਾਮ ਦਾ। ਮੈਂ ਕਿਹਾ ਸੋਚਾਂਗੇ, ਰਾਮ ਦਾ ਵੀ ਹੋ ਸਕਦਾ ਹੈ। ਪਰ ਫਿਰ SSP ਜਲੰਧਰ ਨੇ ਐਸਾ ਕੁਝ ਹੋਣ ਹੀ ਨਹੀਂ ਦਿੱਤਾ। ਕਹਿੰਦੇ ਹਨ ਬਨਵਾਸ ਦੇ ਦਿਨਾਂ ਵਿੱਚ ਅਯੁੱਧਿਆ ਤੋਂ ਚੱਲ ਕੇ ਜਦੋਂ ਰਾਮਚੰਦਰ, ਲਛਮਣ ਅਤੇ ਸੀਤਾ ਜੀ ਨਾਸਿਕ ਮਹਾਰਾਸ਼ਟਰ ਪਹੁੰਚੇ ਤਾਂ ਉੱਥੇ ਜ਼ਮੀਨ ਥੱਲੇ ਇੱਕ ਗੋਲ ਟੋਆ ਪੁੱਟ ਕੇ ਬਾਹਰੋਂ ਇੱਕ 1.25 ਫੁੱਟ ਵਿਆਸ ਦਾ 30 ਫੁੱਟ ਲੰਮਾ ਰਾਹ ਰੱਖਿਆ ਗਿਆ ਤਾਂ ਕਿ ਜੰਗਲੀ ਜਾਨਵਰ ਤੇ ਕਿਸੇ ਬੰਦੇ ਤੋਂ ਬਚਾਅ ਹੋ ਸਕੇ। ਇਹ ਜਗ੍ਹਾ ਮੈਂ ਆਪ ਵੇਖੀ ਹੈ। ਇੱਥੇ ਬਹੁਤ ਦੁਨੀਆ ਆਉਂਦੀ ਹੈ ਤੇ ਉੱਥੇ 1.25 ਫੁੱਟ ਮੋਹਰੇ ਥਾਣੀ ਅੰਦਰ ਜਾਂਦੇ ਹਨ। ਇੱਕ ਦੇ ਪੈਰ ਤੇ ਦੂਜੇ ਦਾ ਸਿਰ, ਫਿਰ ਉਸ ਦੇ ਪਿੱਛੇ ਇੱਕ ਹੋਰ ਬੰਦਾ, ਉਸ ਪਿੱਛੇ ਹੋਰ ਤੇ ਉਸ ਪਿੱਛੇ ਹੋਰ ਲੰਮਾ ਪੈ ਕੇ ਘਿਸਟ ਕੇ ਹੀ ਜਾਇਆ ਜਾ ਸਕਦਾ ਹੈ। ਜੇ ਕੋਈ ਸ਼ਰਧਾਲੂ ਅੱਗੇ ਜ਼ਿਆਦਾ ਚਿਰ ਲਾ ਦੇਵੇ
ਤਾਂ ਉਸ ਲੰਮੀ ਜਿਹੀ ਮੋਰੀ ਵਿੱਚ ਲੰਮੇ ਪਏ ਬੰਦੇ ਦਾ ਦਮ ਘੁੱਟਣ ਲੱਗਦਾ ਹੈ। ਸੋ ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।